दुनिया ते तुहाडा स्वागत है जी। मैं मनदीप। इस टाइम पूरे संसार की निगाह एक खबर ते आ। वो खबर किहड़ी आ? रूस दा ते यूक्रेन दा एक विवाद चल रहा ते संभावना बनी हुई है कि तीसरा विश्व युद्ध भी लग सकता। सो बहुत सारिया खबर आ रही ने, सारे लोग देख रहे ने, डरे हुए भी ने, क्योंकि जे तीसरा विश्व युद्ध लगता तो पूरा संसार ये झोकिया जा सकता। सो पूरा मसला की आ, आपां पूरे मसले ते गल करांगे। मेरे नाल साहिल ने, आपां गलबात करांगे। साहिल, तीसरे विश्व युद्ध की संभावना है, तुहानूं की लगदा? पूरा मसला की आ, थोड़ी जी मसले बारे गलबात करिए आपां। जी लगातार ये मसला पिछले दिनों तो हाईलाइट हो रहा, अखबारां ਦੀਆਂ सुर्खियां बन रहा, हर एक की नज़र इस मसले ते आ कि रूस ते यूक्रेन ਦੇ ਵਿਚਕਾਰ ਜਿਹੜਾ ਵਿਵਾਦ ਆ ਇਹ ਕਿਤੇ ਨਾ ਕਿਤੇ ਯੁੱਧ ਦਾ ਰੂਪ ਉਹ ਧਾਰਨ ਨਾ ਕਰ ਲਵੇ, ਕਿਤੇ ਕੋਈ ਯੁੱਧ ਉਹ ਨਾ ਲੱਗ ਜਾਵੇ। ਕਿਉਂਕਿ ਜਦੋਂ ਸੰਸਾਰ ਨੇ ਪਿਛਲੇ ਸਮੇਂ ਦੌਰਾਨ ਲਗਾਤਾਰ 2 ਵਿਸ਼ਵ ਯੁੱਧ ਵੇਖੇ ਨੇ ਹਨਾ, ਉਸ ਤੋਂ ਬਾਅਦ ਜਿਹੜੀ ਆ ਲੋਕਾਂ 'ਚ ਇਹੀ ਆ ਕਿ ਬਿਲਕੁਲ ਸ਼ਾਂਤੀ ਬਣੀ ਰਹੇ। ਤਾਂ ਮਸਲਾ ਇਹ ਹੈ ਕਿ ਜੋ ਵੱਡੀਆਂ ਤਾਕਤਾਂ ਨੇ ਦੁਨੀਆ ਦੀਆਂ, ਰਸ਼ੀਆ ਸੋਵੀਅਤ ਯੂਨੀਅਨ ਟੁੱਟਦਾ 1991 ਤੋਂ ਬਾਅਦ ਰਸ਼ੀਆ ਉਸ ਤੋਂ ਬਾਅਦ ਇੱਕ ਵੱਡੀ ਮਹਾਸ਼ਕਤੀ ਬਣ ਚੁੱਕਾ ਅੱਜ ਦੇ ਸਮੇਂ ਵਿੱਚ, ਖਾਸ ਕਰਕੇ ਜਦੋਂ ਵਲਾਦੀਮੀਰ ਪੁਤਿਨ ਦੇ ਹੱਥ ਕਮਾਨ ਆਉਂਦੀ ਆ। ਪਹਿਲਾਂ ਉਹ ਪ੍ਰਾਈਮ ਮਿਨਿਸਟਰ ਰਹਿੰਦੇ ਨੇ, ਲਗਾਤਾਰ ਤਾਕਤ ਦੇ ਵਿੱਚ ਨੇ, ਔਰ ਉਸ ਤੋਂ ਬਾਅਦ ਉਹ ਆਪ ਹੀ ਕਾਨੂੰਨ ਚੇਂਜ ਕਰਕੇ ਪ੍ਰੈਜ਼ੀਡੈਂਟ ਬਣ ਜਾਂਦੇ ਨੇ। ਤੇ ਹੁਣ ਇਹ ਕਾਨੂੰਨ ਆ ਕਿ ਉਹ ਲਗਾਤਾਰ ਹੀ ਤਾਂ ਉਮਰ ਆਪਣੀ ਜਿੰਨਾ ਚਿਰ ਉਹ ਜਿਉਂਦੇ ਨੇ ਉਹ ਰਸ਼ੀਆ ਦੇ ਪ੍ਰੈਜ਼ੀਡੈਂਟ ਰਹਿਣਗੇ, ਮੁਖੀ ਰਹਿਣਗੇ। ਤੇ ਇਹ ਕਿਹਾ ਜਾਂਦਾ ਕਿ ਦੁਨੀਆ ਦੇ ਸਭ ਤੋਂ ਤਾਕਤਵਰ ਆਦਮੀ ਵਲਾਦੀਮੀਰ ਪੁਤਿਨ ਨੇ। यूक्रेन ਜਿਹੜਾ ਪੂਰਬੀ ਯੂਰਪ ਦਾ ਇੱਕ ਮੁਲਕ ਆ, ਹਾਲਾਂਕਿ ਵਸੋਂ ਵਜੋਂ ਜਿਹੜਾ ਉਹ 8ਵਾਂ ਸਭ ਤੋਂ ਵੱਡਾ ਮੁਲਕ ਆ ਤੇ ਖੇਤਰਫਲ ਵਜੋਂ ਵੇਖ ਲਈਏ ਤਾਂ ਦੂਸਰਾ ਸਭ ਤੋਂ ਵੱਡਾ ਮੁਲਕ ਆ। ਲਗਭਗ 4.25 ਕਰੋੜ ਦੀ ਆਬਾਦੀ ਉਸ ਮੁਲਕ ਦੀ। ਗੱਲ ਕੀ ਆ ਕਿ ਰਸ਼ੀਆ ਚਾਹੁੰਦਾ ਕਿ ਉਹ ਕਿਤੇ ਨਾ ਕਿਤੇ ਯੂਕਰੇਨ ਤੇ ਕਬਜ਼ਾ ਕਰ ਲਵੇ। ਪਿਛਲੇ ਸਮੇਂ ਦੌਰਾਨ 2008 ਦੇ ਵਿੱਚ ਉਹਨਾਂ ਨੇ ਜਾਰਜੀਆ ਤੇ ਹਮਲਾ ਕੀਤਾ, ਉਸ ਦੇ ਕੁਝ ਇਲਾਕਿਆਂ ਤੇ ਕਬਜ਼ਾ ਕੀਤਾ। ਪਿਛਲੇ ਸਮੇਂ ਦੌਰਾਨ ਉਹਨਾਂ ਨੇ ਕ੍ਰੀਮੀਆ ਤੇ ਵੀ ਹਮਲਾ ਕੀਤਾ, ਉੱਥੇ ਉਹਨਾਂ ਨੇ ਜਿਹੜਾ ਕਬਜ਼ਾ ਕੀਤਾ। ਤੇ ਹੁਣ ਕਿਉਂਕਿ ਇਹ ਸਾਰੇ ਜਿਹੜੇ ਮੁਲਕ ਨੇ ਇਹ ਕਿਸੇ ਟਾਈਮ ਸੋਵੀਅਤ ਯੂਨੀਅਨ ਦਾ ਹਿੱਸਾ ਹੁੰਦੇ ਸੀਗੇ, ਤੇ ਹੁਣ ਰਸ਼ੀਆ ਦੀ ਇਹੀ ਝਾਕ ਆ ਕਿ ਉਹ ਦੁਬਾਰਾ ਜਿਹੜਾ ਯੂਕਰੇਨ ਤੇ ਉਹਦੀ ਮੰਡੀ ਤੇ ਉਸਦੇ ਜਿਹੜੇ ਬਹੁਤ ਖਣਿਜ ਨਾਲ ਭਰਪੂਰ ਉਹ ਮੁਲਕ ਆ ਉਸ ਤੇ ਦੁਬਾਰਾ ਜਿਹੜਾ ਉਹ ਕਬਜ਼ਾ ਕਰ ਲਵੇ। ਤੇ ਉਹ ਅਮਰੀਕਾ ਨੂੰ ਇਹ ਗਵਾਰਾ ਨਹੀਂ ਹੈ, ਜਿਸ ਕਰਕੇ ਜਿਹੜੀ ਕੰਟਰਡਿਕਸ਼ਨ ਲਗਾਤਾਰ ਉਹ ਚੱਲ ਰਹੀ ਆ। ਅਮਰੀਕਾ ਦਾ ਜਿਹੜਾ ਵਿੱਚ ਰੋਲ ਆ ਉਹਦੇ ਬਾਰੇ ਵੀ ਆਪਾਂ ਥੋੜੀ ਹੋਰ ਕਰੀਏ। ਅਮਰੀਕਾ ਨੂੰ ਕਿਉਂ ਨਹੀਂ ਪਸੰਦ ਇਹ ਚੀਜ਼, ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ। ਜੀ ਦੇਖੋ, ਅਮਰੀਕਾ ਜਿਹੜਾ ਦੁਨੀਆ ਨੂੰ ਆਪਣਾ ਇੱਕ ਦਾਦਾ ਸਮਝਦਾ, ਉਹਨੂੰ ਲੱਗਦਾ ਕਿ ਮੈਂ ਹੀ ਸਾਰਾ ਕੁਛ ਆ ਤੇ ਦੁਨੀਆ ਵਿੱਚ ਜੋ ਵੀ ਕੁਝ ਹੋਊਗਾ, ਕਿੱਥੇ ਜੰਗ ਲੱਗਣੀ ਆ, ਕਿੱਥੇ ਜੰਗ ਨਹੀਂ ਲੱਗਣੀ, ਕਿਹੜੀ ਮਾਰਕੀਟ ਤੇ ਉਹਨੇ ਕਬਜ਼ਾ ਕਰਾਉਣਾ, ਕਿਹੜੇ ਮੁਲਕ ਦੇ ਵਿੱਚ ਉਹਨਾਂ ਨੇ ਤਖਤਾ ਪਲਟ ਕਰਾਉਣਾ, ਇਹ ਅਮਰੀਕਾ ਤੈਅ ਕਰੂਗਾ, ਇਹ ਉਹਨਾਂ ਨੂੰ ਲੱਗਦਾ। ਪਰ ਪਿਛਲੇ ਸਮੇਂ ਵਿੱਚ ਚੀਜ਼ਾਂ ਬਦਲੀਆਂ ਨੇ। 1991 ਤੱਕ ਦੁਨੀਆ ਵਿੱਚ 2 ਵੱਡੇ ਤਾਕਤਾਂ ਸੀ, ਅਮਰੀਕਾ ਤੇ ਸੋਵੀਅਤ ਰੂਸ। 91 ਵਿੱਚ ਸੋਵੀਅਤ ਰੂਸ ਟੁੱਟ ਜਾਂਦਾ ਹੈ ਤਾਂ ਅਮਰੀਕਾ ਇੱਕ ਜਿਹੜੀ ਆ ਸ਼ਕਤੀ ਰਹਿ ਜਾਂਦੀ ਆ। ਦੁਨੀਆ ਜਿਹੜੀ ਆ ਉਹ ਇੱਕ ਧਰੂਵੀ ਬਣ ਜਾਂਦੀ ਆ, ਅਮਰੀਕਾ ਜਿਹੜਾ ਉਹ ਦੁਨੀਆ ਦਾ ਦਾਦਾ ਬਣ ਜਾਂਦਾ। ਪਰ ਜਿਵੇਂ ਜਿਵੇਂ ਰਸ਼ੀਆ ਅੱਗੇ ਵਧਿਆ, ਉਧਰੋਂ ਚਾਈਨਾ ਵੀ ਜਿਹੜਾ ਇੱਕ ਵੱਡੀ ਆਰਥਿਕ ਤਾਕਤ ਵਜੋਂ ਉੱਭਰ ਕੇ ਆਇਆ, ਤਾਂ ਅਮਰੀਕਾ ਦੀ ਜਿਹੜੀ ਹੈਜੀਮਨੀ ਸੀ ਪੂਰੀ ਦੁਨੀਆ ਤੇ ਉਹ ਘਟਦੀ ਗਈ, ਟੁੱਟਦੀ ਗਈ। ਹੁਣ ਹਾਲ ਹੀ ਵਿੱਚ ਅਮਰੀਕਾ ਜਿਹੜਾ ਅਫਗਾਨਿਸਤਾਨ ਵਿੱਚ ਕਰਾਰੀ ਹਾਰ ਉਹਨੂੰ ਵੇਖਣ ਨੂੰ ਮਿਲੀ। ਹਾਲਾਂਕਿ ਉਹ ਕਿਸੇ ਨਾ ਕਿਸੇ ਟਕਵੰਜ ਦੇ ਨਾਲ ਇਹ ਕਹਿਣਾ ਚਾਹੁੰਦਾ ਕਿ ਉਹਦੀ ਹਾਰ ਨਹੀਂ ਹੈ ਹਨਾ, ਤੇ ਉਹ ਉਸ ਚੀਜ਼ ਨੂੰ ਲੁਕੋ ਰਿਹਾ। ਔਰ ਇਸ ਤਰੀਕੇ ਦੇ ਨਾਲ ਜਦੋਂ ਉਹ ਇਸ ਮਾਮਲੇ 'ਚ ਦਖਲ ਦਿੰਦਾ ਹੈ ਤਾਂ ਉਹ ਇਹ ਸ਼ੋਅ ਕਰਦਾ ਕਿ ਨਹੀਂ, ਹਜੇ ਵੀ ਮੈਂ ਬਹੁਤ ਤਾਕਤਵਰ ਹਾਂ। ਤਾਂ ਅਮਰੀਕਾ ਕਿਤੇ ਨਾ ਕਿਤੇ ਰਸ਼ੀਆ ਨਾਲ ਇਸੇ ਕਰਕੇ ਟਸਲ ਉਹਦੀ ਬਣ ਰਹੀ ਹੈ, ਕਿਉਂਕਿ ਉਹ ਯੂਕਰੇਨ ਨੂੰ ਨੇਟੋ ਦਾ ਮੈਂਬਰ ਬਣਾਉਣਾ ਚਾਹੁੰਦਾ ਹੈ। ਨੇਟੋ ਯਾਨੀ ਕਿ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਯਾਨੀ ਕਿ ਆਪਣੀ ਜਿਹੜੀ ਉਹਨਾਂ ਦੇ ਇੱਕ ਸਮੂਹ ਆ ਮੁਲਕਾਂ ਦਾ, ਜਿਹਦੇ ਵਿੱਚ ਉਹ ਫੌਜੀ ਗਤੀਵਿਧੀਆਂ ਦੀ ਸਾਂਝ ਬਣਾਉਂਦੇ ਨੇ। ਤਾਂ ਯੂਕਰੇਨ ਨੂੰ ਉਹ ਨੇਟੋ ਦਾ ਮੈਂਬਰ ਬਣਾ ਕੇ ਰਸ਼ੀਆ ਦੀ ਜਿਹੜੀ ਵੱਧਦੀ ਤਾਕਤ ਆ ਉਹਨੂੰ ਠੱਲ ਪਾਉਣਾ ਚਾਹੁੰਦਾ। ਕਿਵੇਂ ਕਿ ਉਹ ਯੂਕਰੇਨ ਦੇ ਵਿੱਚ ਆਪਦਾ ਫੌਜੀ ਬੇਸ ਉਹ ਬਣਾਉਣਾ ਚਾਹੁੰਦਾ ਹੈ। ਓਕੇ, ਮਤਲਬ ਇਹ ਹੈ ਕਿ ਰਸ਼ੀਆ ਤੇ ਅਮਰੀਕਾ ਉਹ ਯੂਕਰੇਨ ਨੂੰ ਵਿਚਾਲੇ ਲੈ ਕੇ ਆਪਣੀ ਜਿਹੜੀ ਉਹ ਪੋਲਿਟਿਕਸ ਕਰ ਰਹੇ ਨੇ। ਥੋੜਾ ਜਿਹਾ ਇਹਦੇ ਬਾਰੇ ਹੋਰ ਦੱਸੋ ਕਿ ਰਸ਼ੀਆ ਨੂੰ ਇਹਦੇ ਤੋਂ ਹੋਰ ਕੀ ਪ੍ਰੋਬਲਮ ਆ? ਉਹਨੂੰ ਫੌਜੀ ਤਾਕਤ ਵਧਾਊਗਾ ਅਮਰੀਕਾ, ਤਾਂ ਰਸ਼ੀਆ ਨੂੰ ਹੋਰ ਕੀ ਪ੍ਰੋਬਲਮ ਆ ਸਕਦੀ ਹੈ? ਬਿਲਕੁਲ, ਇਹ ਸਾਰੇ ਕਾਸੇ ਦੇ ਵਿੱਚ ਯੂਕਰੇਨ ਦੇ ਆਮ ਸ਼ਾਂਤੀ ਪਸੰਦ ਲੋਕ ਉਹ ਪਿਸ ਰਹੇ ਨੇ। ਕਿਉਂਕਿ ਪਿਛਲੇ ਸਮੇਂ ਵਿੱਚ ਜਿਹੜੇ ਆਪਾਂ ਜਿਵੇਂ ਗੱਲ ਕਰ ਰਹੇ ਸੀ ਕਿ ਸੋਵੀਅਤ ਰੂਸ ਨਾਲੋਂ ਜਿਹੜੇ ਟੁੱਟੇ ਉਹ ਮੁਲਕ ਨੇ, ਉਹ ਛੋਟੇ ਛੋਟੇ ਮੁਲਕ ਨੇ ਹਨਾ। ਲਿਥੂਏਨੀਆ ਹੈ ਜਾਂ ਪੋਲੈਂਡ ਹੈ ਜਾਂ ਐਸਟੋਨੀਆ ਹੈ, ਯੂਕਰੇਨ ਵੀ ਉਹਨਾਂ ਵਿੱਚੋਂ ਇੱਕ ਹੈ। ਇਹਨਾਂ ਸਾਰਿਆਂ ਨੇ ਉਹਨੀ ਤਰੱਕੀ ਨਹੀਂ ਕੀਤੀ। ਇੱਥੋਂ ਦੇ ਲੋਕ ਡੈਮੋਕ੍ਰੇਸੀ ਚਾਹੁੰਦੇ ਨੇ, ਤਰੱਕੀ ਚਾਹੁੰਦੇ ਨੇ। ਰੂਸ ਨੇ ਬਹੁਤ ਤਰੱਕੀ ਕੀਤੀ ਆ। ਜੇਕਰ ਯੂਕਰੇਨ ਨੇਟੋ ਦਾ ਮੈਂਬਰ ਬਣਦਾ ਤਾਂ ਉਹ ਫੌਜੀ ਗਤੀਵਿਧੀ ਦਾ ਗੜ੍ਹ ਬਣ ਸਕਦਾ ਹੈ, ਠੀਕ ਹੈ। ਉਹ ਫਿਰ ਉਹੀ ਗੋਲੀਬਾਰੀ, ਉਹੀ ਲੋਕਾਂ ਦੇ ਮਰਨ ਮਰਾਉਣ ਦਾ ਸਿਲਸਿਲਾ ਜਿਹੜਾ ਹਜੇ ਵੀ ਜਾਰੀ ਆ, ਉਹ ਜਿਹੜੇ ਸਾਰੇ ਇਸ ਸੀਮਾਵਾਦ ਕਰਕੇ, ਇਸ ਜਿਹੜਾ ਵਿਵਾਦ ਕਰਕੇ ਹਜੇ ਵੀ ਜਾਰੀ ਆ, ਤਾਂ ਉਹ ਦੁਬਾਰਾ ਸ਼ੁਰੂ ਹੋ ਸਕਦਾ ਹੈ। ਰਸ਼ੀਆ ਚਾਹੁੰਦਾ ਹੈ ਕਿ
3 ਸ਼ਰਤਾਂ ਨੇ ਰਸ਼ੀਆ ਦੀਆਂ ਯੂਕਰੇਨ ਤੇ। ਉਹ ਨੇਟੋ ਦਾ ਮੈਂਬਰ ਨਹੀਂ ਬਣਨਾ ਚਾਹੀਦਾ, ਪਹਿਲੀ ਗੱਲ। ਅੱਛਾ। ਦੂਸਰੀ ਗੱਲ ਕਿ ਜਿਹੜੇ ਹੋਰ ਬਾਲਟਿਕ ਦੇਸ਼ ਨੇ, ਜਿਹੜੇ ਈਸਟਰਨ ਯੂਰਪ ਦੇ ਬਾਲਟਿਕ ਦੇਸ਼ ਨੇ, ਐਸਟੋਨੀਆ, ਲਿਥੂਏਨੀਆ, ਪੋਲੈਂਡ ਹੈ, ਇਹ ਸਾਰੇ ਮੁਲਕਾਂ ਦੇ ਵਿੱਚ ਜਿਹੜਾ ਫੌਜੀ ਗਤੀਵਿਧੀ ਘਟੇ ਅਮਰੀਕਾ ਦੀ, ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ। ਤੇ ਰਸ਼ੀਆ ਦੇ ਹੋਰ ਜਿਹੜੇ ਸੀਮਾਵਰਤੀ ਦੇਸ਼ ਨੇ, ਅਮਰੀਕਾ ਉੱਥੇ ਮਿਜ਼ਾਈਲਾਂ ਦਾ ਇੱਕ ਬੇੜਾ ਇਕੱਠਾ ਕਰ ਰਿਹਾ। ਰਸ਼ੀਆ ਚਾਹੁੰਦਾ ਕਿ ਇਸ ਤਰੀਕੇ ਦੇ ਨਾਲ ਬਿਲਕੁਲ ਨਾ ਹੋਵੇ, ਇਹ ਚੀਜ਼ਾਂ ਜਿਹੜੀਆਂ ਉਹ ਬੰਦ ਹੋਣੀਆਂ ਚਾਹੀਦੀਆਂ ਨੇ। ਰਸ਼ੀਆ ਉਸ ਨੂੰ ਆਪਣਾ ਵਿਹੜਾ ਸਮਝਦਾ, ਈਸਟਰਨ ਯੂਰਪ ਨੂੰ, ਇਹਨਾਂ ਸਾਰੇ ਮੁਲਕਾਂ ਨੂੰ, ਕਿਉਂਕਿ ਉਹ ਸੋਵੀਅਤ ਰੂਸ ਤੋਂ ਟੁੱਟੇ ਹੋਏ ਨੇ। ਉਹ ਉਹਨਾਂ ਤੇ ਕਿਤੇ ਨਾ ਕਿਤੇ ਆਪਦਾ ਦਬਦਬਾ ਉਹ ਕਰਨਾ ਚਾਹੁੰਦਾ। ਇਸੇ ਕਰਕੇ ਜਾਰਜੀਆ ਤੇ ਹਮਲਾ ਹੁੰਦਾ, ਕ੍ਰੀਮੀਆ ਤੇ ਹਮਲਾ ਹੁੰਦਾ। ਤੇ ਹੁਣ ਪਿਛਲੇ ਦਿਨੀ ਜਿਹੜੇ ਯੂਕਰੇਨ ਦੇ 2 ਇਲਾਕੇ ਨੇ ਜਿਨ੍ਹਾਂ ਵਿੱਚ ਕਿ ਵੱਖਵਾਦੀ ਬਾਗੀਆਂ ਦਾ ਜਿਹੜਾ ਕਬਜ਼ਾ ਹੈ, ਜਿਹੜੇ ਕਿ ਰਸ਼ੀਆ ਤੋਂ ਫੰਡਿੰਗ ਲੈਂਦੇ ਨੇ, ਰੂਸ ਦੇ ਪੱਖੀ ਨੇ, ਉਹ 2 ਇਲਾਕੇ ਨੇ ਡੋਨਸਕ ਤੇ ਲੁਹਾਨਸਕ। ਜਿਹੜੇ ਡੋਨਤਸ ਤੇ ਲੁਹਾਨਸਕ, ਇਹ 2 ਇਲਾਕੇ ਨੇ ਜਿਹੜੇ ਕਿ ਜਿੱਥੇ ਦੇ ਲੋਕ ਜਿੱਥੇ ਬਾਗੀਆਂ ਦਾ ਕਬਜ਼ਾ ਹੈ। ਮਤਲਬ ਉਹਨਾਂ ਨੂੰ ਰਸ਼ੀਆ ਫੰਡਿੰਗ ਕਰਦਾ, ਰਸ਼ੀਆ ਉਹਨਾਂ ਦੀ ਹਰੇਕ ਤਰ੍ਹਾਂ ਦੀ ਸਹਾਇਤਾ ਕਰਦਾ ਨਾ ਜੀ। ਬਿਲਕੁਲ, ਉੱਥੇ ਬਾਗੀਆਂ ਦਾ ਕਬਜ਼ਾ। ਤੇ ਕੱਲ ਰਸ਼ੀਆ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਵਲਾਦੀਮੀਰ ਪੁਤਿਨ, ਉਹਨਾਂ ਨੇ ਬਕਾਇਦਾ ਆਪਣੇ ਜਿਹੜੇ ਸਰਕਾਰੀ ਚੈਨਲ ਤੇ ਆ ਕੇ ਇਹ ਅਨਾਉਂਸਮੈਂਟ ਕੀਤੀ ਆ, ਇਹ ਦਸਤਖਤ ਕੀਤੇ ਨੇ ਕਿ ਹੁਣ ਇਸ ਇਲਾਕੇ ਤੇ ਉਹਨਾਂ ਨੂੰ ਮਾਨਤਾ ਦੇ ਦਿੱਤੀ ਕਿ ਇਹ ਵੱਖਰੇ ਇਲਾਕੇ ਨੇ ਤੇ ਰਸ਼ੀਆ ਇਹਨਾਂ ਨੂੰ ਮਾਨਤਾ ਦਿੰਦਾ। ਯਾਨੀ ਕਿ ਰਸ਼ੀਆ ਹੁਣ ਉਹਦੇ ਵਿੱਚ ਜਾ ਕੇ ਘੁਸਪੈਠ ਕਰਨ ਦੀ ਉਹ ਕੋਸ਼ਿਸ਼ ਅਗਲੇ ਦਿਨਾਂ ਵਿੱਚ ਕਰ ਸਕਦਾ ਹੈ। ਇੱਕ ਹੋਰ ਵੀ ਖਬਰਾਂ ਆ ਰਹੀਆਂ ਨੇ ਕਿ ਜਿਹੜੀਆਂ ਵੱਡੇ ਪੱਧਰ ਤੇ ਕਿ ਤੀਸਰਾ ਵਿਸ਼ਵ ਯੁੱਧ ਲੱਗੂਗਾ। ਵੈਸੇ ਪਹਿਲਾਂ ਇੱਕ ਖਬਰਾਂ ਇਹਨਾਂ ਦਾ ਖੰਡਨ ਵੀ ਕੀਤਾ ਰਸ਼ੀਆ ਨੇ ਕਿ ਇਹ ਵਾਇਆ ਅਮਰੀਕਾ ਸਾਰੇ ਦੇਸ਼ਾਂ ਦੇ ਵਿੱਚ ਫੈਲ ਰਹੀਆਂ ਨੇ। ਅਮਰੀਕਾ ਅਫਵਾਹ ਫੈਲਾ ਰਿਹਾ ਹੈ ਕਿ ਤੀਸਰਾ ਵਿਸ਼ਵ ਯੁੱਧ ਲੱਗੂਗਾ, ਕਿ ਇਦਾਂ ਦੀ ਗੱਲ ਨਹੀਂ ਹੈ, ਹਨਾ। ਤਾਂ ਕੀ ਸੰਭਾਵਨਾ ਲੱਗਦੀ ਹੈ ਤੀਸਰੇ ਵਿਸ਼ਵ ਯੁੱਧ ਦੀ? ਜਿਵੇਂ ਕੁਝ ਕੁ ਚੈਨਲਾਂ ਨੇ ਤਾਂ ਇਹ ਵੀ ਖਬਰ ਫੈਲਾ ਦਿੱਤੀ ਕਿ ਲੱਗ ਚੁੱਕਿਆ ਏ, ਤਾਂ ਕਿੱਥੋਂ ਤੱਕ ਪਹੁੰਚੀ? ਕੋਈ ਰਿਪੋਰਟ ਹੋਵੇ ਕਿ ਕੀ ਗੱਲ ਆ, ਕਿੱਥੇ ਗੱਲ ਪਹੁੰਚੀ ਆ? ਦੇਖੋ, ਜਿੱਥੋਂ ਤੱਕ ਤਾਂ ਵੀ ਰਿਪੋਰਟਾਂ ਨੇ ਕਿ ਯੁੱਧ ਲੱਗ ਚੁੱਕਾ। ਦੇਖੋ, ਉੱਥੇ ਮਾਰਾਮਾਰੀ ਤਾਂ ਹੋ ਰਹੀ ਹੈ, ਗੋਲੀਬਾਰੀ ਹੋ ਰਹੀ ਹੈ, ਇਹ ਤਾਂ ਗੱਲ ਸੱਚਾਈ ਹੈ। ਕਿਤੇ ਨਾ ਕਿਤੇ ਇਹ ਲਗਾਤਾਰ ਜਿਹੜਾ ਉਸ ਹੱਦ ਤੇ ਵੱਧ ਸਕਦਾ, ਇਧਰੋਂ ਵੀ ਤੇ ਉਧਰੋਂ ਵੀ, ਠੀਕ ਹੈ, ਉਹ ਜਿਹੜਾ ਕੋਈ ਨਾ ਕੋਈ ਜਿਹੜੇ ਆ ਘਟਨਾਵਾਂ ਦਾ ਉਹ ਗੱਲਬਾਤ ਆਉਂਦੀ ਰਹਿੰਦੀ ਹੈ, ਖਬਰਾਂ ਆਉਂਦੀਆਂ ਰਹਿੰਦੀਆਂ ਨੇ। ਪਰ ਹੁਣ 24 ਤਰੀਕ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਇੱਕ ਮੀਟਿੰਗ ਸੱਦੀ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਤੇ ਰੂਸ ਦੇ ਜਿਹੜੇ ਰਾਸ਼ਟਰਪਤੀ ਨੇ ਪੁਤਿਨ, ਉਹਨਾਂ ਨੇ ਸੱਦਾ ਦਿੱਤਾ ਕਿ ਸਾਡੇ ਮੁਲਕ ਵਿੱਚ ਆਓ, ਫਰਾਂਸ ਵਿੱਚ ਆਓ, ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ। ਜਿਸ ਤੇ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਕਿਹਾ ਵੀ ਅਸੀਂ ਸਿਧਾਂਤਕ ਤੌਰ ਤੇ ਮੰਨਦੇ ਹਾਂ ਕਿ ਗੱਲਬਾਤ ਹੋਣੀ ਚਾਹੀਦੀ ਹੈ। ਅਖੀਰ ਤੱਕ ਉਹ ਕਹਿੰਦਾ ਅਸੀਂ ਗੱਲਬਾਤ ਲਈ ਤਿਆਰ ਆ। ਔਰ ਦੂਸਰੇ ਪਾਸਿਓਂ ਵਲਾਦੀਮੀਰ ਪੁਤਿਨ ਹੋਰੀ ਵੀ ਉਧਰੋਂ ਵੀ ਇਹ ਆ ਚੁੱਕੀ ਆ ਖਬਰ ਕਿ ਉਹ ਵੀ ਜਿਹੜਾ ਇਸ ਬੈਠਕ ਵਿੱਚ ਹਿੱਸਾ ਉਹ ਲੈਣਗੇ। ਤਾਂ ਹਾਲ ਤੱਕ ਤਾਂ ਇਹੀ ਲੱਗ ਰਿਹਾ ਕਿ ਕੂਟਨੀਤਕ ਗੱਲਬਾਤ ਦੇ ਨਾਲ ਇਹ ਮਸਲਾ ਹੱਲ ਹੋ ਜਾਵੇਗਾ, ਕਿਉਂਕਿ ਫਰਾਂਸ ਤੇ ਜਰਮਨੀ ਯੂਰਪੀਅਨ ਯੂਨੀਅਨ ਦੇ ਵੱਡੇ ਮੁਲਕ ਨੇ, ਉਹਨਾਂ ਦੇ ਵੀ ਇਸ ਦੇ ਵਿੱਚ ਹਿੱਤ ਜੁੜੇ ਹੋਏ ਨੇ। ਜਿਹੜੀ ਰਸ਼ੀਆ ਤੋਂ ਗੈਸ ਦੀ ਪਾਈਪਲਾਈਨ ਆਉਂਦੀ ਆ ਉਹ ਜਰਮਨੀ ਤੱਕ ਜਾਂਦੀ ਆ। ਜੇਕਰ ਯੁੱਧ ਦੀ ਸਥਿਤੀ ਬਣਦੀ ਆ, ਉਹ ਗੈਸ ਪਾਈਪਲਾਈਨ ਪ੍ਰਭਾਵਿਤ ਹੁੰਦੀ ਆ ਤੇ ਪੂਰਾ ਦਾ ਪੂਰਾ ਯੂਰਪ ਜਿਹੜਾ ਉਹ ਇਸ ਦੀ ਮਾਰ ਹੇਠ ਆਵੇਗਾ। ਇਸ ਕਰਕੇ ਸਾਰਿਆਂ ਦੇ ਹਿੱਤ ਇਸ ਦੇ ਵਿੱਚ ਜੁੜੇ ਹੋਏ ਨੇ ਕਿ ਇਹ ਯੁੱਧ ਨਾ ਲੱਗੇ। ਸੋ ਜਿਵੇਂ ਆਪਾਂ ਗੱਲ ਕਰੀਏ ਜੇ ਯੂਕਰੇਨ ਦੇ ਲੋਕਾਂ ਦੀ, ਉਹ ਕੀ ਚਾਹੁੰਦੇ ਨੇ, ਉਹਨਾਂ ਬਾਰੇ ਕੁਝ ਹੈ ਕਿ ਉਹ ਕਿੱਧਰ ਜਾਣਾ ਚਾਹੁੰਦੇ ਨੇ, ਉਹਨਾਂ ਦਾ ਕੀ ਫੈਸਲਾ ਏ, ਉਹਨਾਂ ਤੇ ਕੀ ਪ੍ਰਭਾਵ ਪਊ? ਇਹਦੇ ਨਾਲ ਨਾਲ ਜੇਕਰ ਯੁੱਧ ਲੱਗਦਾ ਤਾਂ ਹੋਰ ਦੇਸ਼ਾਂ ਤੇ ਕੀ ਪ੍ਰਭਾਵ ਪਊਗਾ? ਇਹ 2 ਸਵਾਲ ਨੇ, ਤਾਂ ਇੱਕ ਇੱਕ ਕਰਕੇ ਜ਼ਰੂਰ ਇਹਦਾ ਬਾਰੇ ਦੱਸੋ। ਸੋ ਜੀ, ਯੂਕਰੇਨ ਦੇ ਲੋਕ ਦੇਖੋ, ਜਿਵੇਂ ਕਿ ਹਰ ਇਨਸਾਨ ਦੁਨੀਆ ਦੇ ਵਿੱਚ ਹੀ ਸ਼ਾਂਤੀ ਪਸੰਦ ਕਰਦਾ ਹੈ, ਜਮਹੂਰੀਅਤ ਪਸੰਦ ਕਰਦਾ ਹੈ। ਬਿਲਕੁਲ। ਇਸ ਤੋਂ ਪਹਿਲਾਂ 2014 ਦੇ ਵਿੱਚ ਜਿਹੜਾ ਉੱਥੇ ਰੂਸ ਪੱਖੀ ਜਿਹੜੇ ਰਾਸ਼ਟਰਪਤੀ ਸੀਗੇ ਉਹਨਾਂ ਨੂੰ ਗੱਦੀ ਤੋਂ ਲਾਇਆ ਗਿਆ, ਪ੍ਰਦਰਸ਼ਨ ਹੋਏ। ਤੇ ਹੁਣ ਉੱਥੇ ਜਿਹੜੇ ਕੁਝ ਅਰਿਸਟੋਕਰੈਟ ਨੇ ਉੱਥੋਂ ਦੇ, ਉਹਨਾਂ ਦੇ ਹੱਥ ਵਿੱਚ ਸੱਤਾ ਹੈ, ਲੋਕ ਉਹਨਾਂ ਤੋਂ ਕਾਫੀ ਪਰੇਸ਼ਾਨ ਨੇ। ਅੱਛਾ, ਇੱਕ ਗੱਲ ਹੋਰ ਇੰਟਰਸਟਿੰਗ ਆ, ਉੱਥੇ ਜਿਹੜਾ ਰੂਸੀ ਕੌਮੀਅਤ ਦੇ ਲੋਕ ਨੇ ਉਹ ਵੱਡੀ ਗਿਣਤੀ ਵਿੱਚ ਨੇ, ਰੂਸੀ ਭਾਸ਼ਾ ਹੀ ਬੋਲਦੇ ਨੇ। ਤੇ ਉਹ ਇਹੀ ਚਾਹੁੰਦੇ ਨੇ ਕਿ ਸਾਡਾ ਜਿਹੜਾ ਮੁਲਕ ਜਿਹੜਾ ਆਰਥਿਕ ਪੱਖੋਂ ਤਰੱਕੀ ਕਰੇ, ਉਹ ਅੱਗੇ ਆਵੇ, ਰੁਜ਼ਗਾਰ ਮਿਲੇ ਤੇ ਜਿਹੜੀ ਕਰਪਸ਼ਨ ਆ ਬਹੁਤ ਵੱਡੇ ਪੱਧਰ ਤੇ ਉਹ ਘਟੇ। ਤੇ ਜਿਹੜਾ ਇਹ ਅਰਿਸਟੋਕਰੈਟ ਹੀ ਸਾਂਭੀ ਬੈਠੇ ਨੇ ਸਾਰਾ ਕੁਝ, ਉਹ ਕਿਤੇ ਨਾ ਕਿਤੇ ਜਮਹੂਰੀਅਤ ਜਿਹੜੀ ਆ ਉੱਥੇ ਪੂਰੀ ਤਰ੍ਹਾਂ ਬਹਾਲ ਹੋਵੇ, ਜਿਹੜੀ ਕਿ ਸੋਵੀਅਤ ਰੂਸ ਦੇ ਟੁੱਟਣ ਤੋਂ ਬਾਅਦ ਉੱਥੇ ਬਹਾਲ ਉਹ ਨਹੀਂ ਹੋ ਸਕੀ ਹੈ। ਤਾਂ ਉੱਥੋਂ ਦੇ ਲੋਕ, ਦੁਨੀਆ ਪੱਧਰ ਦੇ ਲੋਕ, ਖਾਸ ਕਰਕੇ ਉੱਥੋਂ ਦੇ ਜਿਹੜੇ ਇਹ ਸਾਰੇ ਕਾਸੇ ਦੇ ਇਸ ਜਿਹੜੀ ਆ ਖਹਿਬਾਜ਼ੀ ਆ ਅਮਰੀਕਾ ਦੀ, ਰੂਸ ਦੀ, ਉਹਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਨੂੰ ਡਰ ਆ ਕਿ ਇੱਥੇ ਦੁਬਾਰਾ ਜੰਗ ਨਾ ਲੱਗ ਸਕੇ। ਤਾਂ ਉਹ ਸਾਰੇ ਲੋਕ ਇਹੀ ਚਾਹੁੰਦੇ ਨੇ ਕਿ ਕੋਈ ਇਸੇ ਤਰ੍ਹਾਂ ਦੀ ਕੋਈ ਖਹਿਬਾਜ਼ੀ ਨਾ ਹੋਵੇ, ਜਮਹੂਰੀਅਤ ਬਹਾਲ ਹੋਣੀ ਚਾਹੀਦੀ ਆ, ਕਰਪਸ਼ਨ ਦੂਰ ਹੋਣੀ ਚਾਹੀਦੀ, ਇਹੀ ਉਹਨਾਂ ਲੋਕਾਂ ਦੀ ਡਿਮਾਂਡ ਹੈ। ਤੇ ਜੇਕਰ ਹੁੰਦੀ ਆ ਮੰਨ ਲਓ ਜੰਗ, ਤਾਂ ਦੂਸਰੇ ਦੇਸ਼ਾਂ ਤੇ ਕੀ ਪ੍ਰਭਾਵ ਪੈ ਸਕਦਾ? ਕੀ ਦੂਸਰੇ ਦੇਸ਼ ਵੀ ਇਹਦੀ ਲਪੇਟ ਵਿੱਚ ਆ ਸਕਦੇ ਆ?
ਜੀ ਬਿਲਕੁਲ, ਜੇਕਰ ਇਸ ਤਰ੍ਹਾਂ ਦੀ ਕੋਈ ਸਥਿਤੀ ਬਣਦੀ ਹੈ ਤਾਂ ਇਸ ਤਰ੍ਹਾਂ ਨਹੀਂ ਹੋਵੇਗਾ ਵੀ ਕੋਈ ਵੀ ਮੁਲਕ ਜਿਹੜਾ ਉਹ ਇਸ ਤੋਂ ਅਣਭਿੱਜ ਰਹਿ ਸਕੇਗਾ। ਇਹਦੇ ਵਿੱਚ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਪੂਰਾ ਦਾ ਪੂਰਾ ਸੰਸਾਰ ਹੀ ਜਿਹੜਾ ਉਹ ਝੁਕਿਆ ਜਾਵੇਗਾ, ਤੇ ਆਪਾਂ ਇਹੀ ਉਮੀਦ ਕਰ ਸਕਦੇ ਹਾਂ ਕਿ ਇਸ ਤਰ੍ਹਾਂ ਨਾ ਹੋਵੇ, ਕਿਉਂਕਿ ਰਿਸੋਰਸਿਸ ਦੀ ਬਰਬਾਦੀ, ਪੈਸੇ ਦੀ ਬਰਬਾਦੀ ਤੇ ਸਭ ਤੋਂ ਵੱਡੀ ਗੱਲ ਕਿ ਕਿੰਨੀਆਂ ਜਾਨਾਂ ਜਿਹੜੀਆਂ ਬੇਗੁਨਾਹ ਜਾਨਾਂ ਉਹ ਜਾਣਗੀਆਂ, ਤਾਂ ਮਾਰਕੀਟ ਦੀ ਇਸ ਖਹਿਬਾਜ਼ੀ ਦੇ ਵਿੱਚ, ਠੀਕ ਆ, ਦੋ ਮੁਲਕਾਂ ਦੀ ਟਸਲ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ। ਆਪਾਂ ਤਾਂ ਇਹੀ ਦੁਆ ਕਰਦੇ ਹਾਂ। ਜੀ।